अकाल जी, स्वागत सब दा एक बार फिर तो ਤੇ ਗੱਲ ਇੱਕ ਵਾਰ ਫਿਰ ਤੋਂ ਕਰਾਂਗੇ। ਸਟੂਡੈਂਟਸ ਦੀ ਗੱਲ ਹੋਏਗੀ ਕੰਟਰੀਜ਼ ਨੂੰ ਲੈ ਕੇ। ਕੈਨੇਡਾ ਜਾਣਾ ਹੈਗਾ ਤੁਸੀਂ, ਉਹਨਾਂ ਸਟੂਡੈਂਟ ਬਾਰੇ ਵੀ ਡਿਸਕਸ਼ਨ ਕਰਾਂਗੇ। US ਜਾਣਾ ਚਾਹੁੰਦੇ ਹੋ ਜਾਂ ਫਿਰ ਜਰਮਨੀ ਜਾਣਾ ਚਾਹੁੰਦੇ ਹੋ, ਹਰ ਤਰ੍ਹਾਂ ਦੇ ਸਟੂਡੈਂਟ ਦੀ ਗੱਲ ਹਮੇਸ਼ਾ ਤੋਂ ਇਸ ਸ਼ੋਅ ਦੇ ਵਿੱਚ ਹੁੰਦੀ ਆਈ ਹੈ ਤੇ ਅੱਜ ਇੱਕ ਵਾਰ ਫਿਰ ਤੋਂ ਜ਼ਰੂਰ ਕਰਾਂਗੇ ਜੀ। ਨਵੀਂ ਅਪਡੇਟ ਵੀ ਤੁਹਾਨੂੰ ਦਵਾਂਗੇ, ਕਿੱਦਾਂ ਵੀਜ਼ਾ ਅਪਲਾਈ ਕਰਨਾ ਹੈ, ਕਿੱਦਾਂ ਤੁਸੀਂ ਤਿਆਰੀਆਂ ਕਰਨੀਆਂ ਹੈਗੀਆਂ ਨੇ ਆਪਣਾ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਕੀ ਡਾਕੂਮੈਂਟਸ ਚਾਹੀਦੇ ਨੇ, ਕਿਉਂਕਿ ਬਹੁਤ ਸਾਰੇ ਬੱਚੇ ਬਾਹਰ ਤਾਂ ਜਾਣਾ ਚਾਹੁੰਦੇ ਨੇ ਪਰ ਜਾਣਾ ਕਿੱਦਾਂ ਹੈ ਇਸ ਬਾਰੇ ਉਹਨਾਂ ਨੂੰ ਨੌਲੇਜ ਨਹੀਂ ਹੁੰਦੀ। ਤੇ ਇਹੀ ਨੌਲੇਜ ਅਸੀਂ ਇਸ ਸ਼ੋਅ ਦੇ ਵਿੱਚ ਤੁਹਾਨੂੰ ਦਿੰਦੇ ਹਾਂ ਤਾਂ ਕਿ ਘਰ ਬੈਠੇ ਸਹੀ ਗਾਈਡੈਂਸ ਮਿਲ ਸਕੇ। ਸੋ ਲੈਂਡਮਾਰਕ ਇਮੀਗ੍ਰੇਸ਼ਨ ਦੇ ਆਫਿਸ ਦੇ ਵਿੱਚ ਪਹੁੰਚ ਗਿਆ ਜੀ ਮਿਸਟਰ ਜਸਨੀਤ ਭਾਟੀਆ ਜੀ ਸਾਡੇ ਨਾਲ ਹੋਣਗੇ। ਸਵਾਗਤ ਕਰ ਲੈਂਦੇ ਹਾਂ। ਵੈਲਕਮ ਹੈ ਸਰ। ਸਤਿ ਸ਼੍ਰੀ ਅਕਾਲ। ਸੋ ਸਰ ਲਾਸਟ ਸ਼ੋਅ ਆਪਾਂ ਕੀਤਾ ਸੀ US ਦੀ ਆਪਾਂ ਗੱਲ ਕੀਤੀ ਸੀਗੀ ਤੇ ਮੈਂ ਜਿਵੇਂ ਕਿਹਾ ਸੀਗਾ ਕਿ ਇੰਟਰਵਿਊਜ਼ ਨੂੰ ਹਵਾ ਸਾਡੇ ਪੰਜਾਬੀਆਂ ਨੇ ਬਣਾਇਆ ਹੋਇਆ, ਬਹੁਤ ਡਰਦੇ ਨੇ। ਕਾਰਨ ਕੀ ਹੈਗੇ ਨੇ ਇੰਨਾ ਡਰ ਇੰਟਰਵਿਊ ਨੂੰ ਲੈ ਕੇ ਕਿਉਂ ਹੈ? ਬੱਚੇ ਜਿਹੜੇ ਹੈਗੇ ਨੇ US ਦੀ ਜਗ੍ਹਾ ਹੋਰ ਕੰਟਰੀ ਚੂਜ਼ ਕਰਨਾ ਪਸੰਦ ਕਰਦੇ ਨੇ, ਆਇਲਸ ਕਰਨਾ ਵੀ ਪਸੰਦ ਕਰਦੇ ਨੇ, ਬਸ ਇੰਟਰਵਿਊ ਦੇ ਡਰ ਤੋਂ ਅਪਲਾਈ ਨਹੀਂ ਕਰਦੇ ਉਹਨਾਂ ਕੰਟਰੀਜ਼ ਦੇ ਵਿੱਚ। ਸੀ ਨਾਰਮਲੀ ਸਾਡੇ ਸਾਰੇ ਸਟੂਡੈਂਟ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਪੜ੍ਹਦੇ ਆ। ਨਾਰਮਲੀ ਜਿਹੜੇ ਪੰਜਾਬੀ ਸਟੂਡੈਂਟਸ ਹੁੰਦੇ ਆ, ਜਿਹੜੇ CBSE ਬੋਰਡ ਤੋਂ ਪੜ੍ਹਦੇ ਆ, ਦੇ ਆਰ ਕੁਆਇਟ ਕੌਨਫੀਡੈਂਟ ਟੂ ਫੇਸ ਐਨ ਇੰਟਰਵਿਊ। ਭਾਵੇਂ ਐਕੈਡੈਮਿਕਲੀ CBSE ਵਾਲਾ ਬੱਚਾ ਵੀਕ ਹੋ ਸਕਦਾ ਹੈ ਬਟ ਆਈਲੈਟਸ 'ਚ ਬੈਂਡ ਉਹਦੇ ਜ਼ਿਆਦਾ ਹੋਣਗੇ। ਐਕੈਡੈਮਿਕਲੀ ਵੀਕ ਹੋ ਸਕਦਾ ਬਟ ਇੰਟਰਵਿਊ ਕਲੀਅਰ ਕਰਨ ਦਾ ਆਪਣੇ 'ਚ ਕੌਨਫੀਡੈਂਸ ਰੱਖਦਾ ਹੋਏਗਾ। ਸੋ ਇਟ ਇਜ਼ ਆਲ ਅਬਾਊਟ ਕੌਨਫੀਡੈਂਸ। ਸਾਡੇ ਸਟੂਡੈਂਟ ਜਿਹੜੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਪੜ੍ਹਦੇ ਆ ਉਹ ਐਕਸਟਰਾ ਕਰਿਕੂਲਰ ਐਕਟੀਵਿਟੀਜ਼ 'ਚ ਪਾਰਟਿਸਿਪੇਟ ਨਹੀਂ ਕਰਦੇ। ਉਹਨਾਂ ਦੇ ਕਾਲਜਿਸ ਔਰ ਸਕੂਲਸ ਉਹਨਾਂ ਨੂੰ ਪੁਸ਼ ਨਹੀਂ ਕਰਦੇ ਐਕਸਟਰਾ ਕਰਿਕੂਲਰ ਐਕਟੀਵਿਟੀਜ਼ 'ਚ ਪਾਰਟਿਸਿਪੇਟ ਕਰਨ ਲਈ। ਇਸ ਕਰਕੇ ਕਿਤੇ ਨਾ ਕਿਤੇ ਸਟੂਡੈਂਟਸ ਥੋੜ੍ਹਾ ਜਿਹਾ ਲੋ ਕੌਨਫੀਡੈਂਸ 'ਤੇ ਹੁੰਦੇ ਆ। ਤਾਂ ਮੈਂ ਸਾਰੇ ਸਟੂਡੈਂਟਸ ਨੂੰ ਐਡਵਾਈਸ ਕਰਨਾ ਚਾਹਾਂਗਾ ਕਿ ਉਸ ਚੀਜ਼ ਤੋਂ ਡਰਨਾ ਨਹੀਂ ਚਾਹੀਦਾ। ਸਾਨੂੰ ਤਿਆਰੀ ਕਰਨੀ ਚਾਹੀਦੀ ਹੈ ਔਰ ਡਰ ਤੋਂ ਬਾਹਰ ਨਿਕਲਣਾ ਚਾਹੀਦਾ। ਇੰਟਰਵਿਊ ਕੋਈ ਹਵਾ ਨਹੀਂ ਹੈਗੀ। ਇਟ ਇਜ਼ ਰੀਅਲੀ ਵੈਰੀ ਸਿੰਪਲ ਇੰਟਰਵਿਊ ਜਿਹੜੀ USA ਸਟੂਡੈਂਟ ਵੀਜ਼ਾ ਦੀ ਹੁੰਦੀ ਹੈ। ਯੂ ਕੈਨ ਪ੍ਰੀਪੇਅਰ ਫॉर ਇਟ, ਯੂ ਕੈਨ ਟਰਾਈ ਫॉर ਇਟ। ਤੁਸੀਂ ਸਪੀਕਿੰਗ ਦੀ ਆਪਣੀ ਪ੍ਰੈਕਟਿਸ ਕਰਕੇ, ਸਪੋਕਨ ਇੰਗਲਿਸ਼ ਦੀਆਂ ਕਲਾਸਿਸ ਲਗਾ ਕੇ ਤੁਸੀਂ USA ਦੀ ਇੰਟਰਵਿਊ ਕਲੀਅਰ ਕਰ ਸਕਦੇ ਹੋ। ਔਰ ਬੇਸਿਕ ਇੰਟਰਵਿਊ ਹੁੰਦੀ ਹੈ ਕਿ ਤੁਹਾਡਾ ਨਾਮ ਕੀ ਹੈ, ਤੁਹਾਡੇ ਫਾਦਰ ਦਾ ਨਾਮ ਕੀ ਹੈ, ਤੁਸੀਂ ਕਿਹੜੇ ਕਾਲਜ ਜਾ ਰਹੇ ਹੋ, ਕਿਹੜੇ ਕੋਰਸ 'ਚ ਜਾ ਰਹੇ ਹੋ, ਕਿਉਂ ਤੁਸੀਂ ਚੂਜ਼ ਕੀਤਾ ਇਹ ਕੋਰਸ, ਕਿਉਂ ਤੁਸੀਂ ਇਸ ਸ਼ਹਿਰ 'ਚ ਜਾ ਰਹੇ ਹੋ, ਇਸ ਸ਼ਹਿਰ ਦੀ ਪੋਪੂਲੇਸ਼ਨ ਕਿੰਨੀ ਹੈ, ਕਿੱਦਾਂ ਤੁਸੀਂ ਟਰੈਵਲ ਕਰੋਗੇ ਇਸ ਸ਼ਹਿਰ ਵਿੱਚ, ਕੌਣ ਫੰਡ ਕਰ ਰਿਹਾ ਤੁਹਾਡੀ ਐਜੂਕੇਸ਼ਨ, ਕਿੱਥੋਂ ਆਇਆ ਪੈਸਾ। ਸੋ ਇੱਕ ਬੇਸਿਕ ਕੁਐਸਚਨਸ ਤੁਹਾਨੂੰ ਪੁੱਛੇ ਜਾਣਗੇ ਜਦੋਂ ਤੁਸੀਂ USA ਦੀ ਇੰਟਰਵਿਊ ਦੇਣ ਜਾ ਰਹੇ ਹੋ। ਔਰ ਜੇ ਤੁਹਾਨੂੰ ਇਹ ਬੇਸਿਕ ਕੁਐਸਚਨਸ ਨਹੀਂ ਪਤਾ ਤਾਂ ਮਤਲਬ ਕਿ ਤੁਸੀਂ ਫਿਰ ਤੁਹਾਨੂੰ ਵੀਜ਼ਾ ਅਪਰੂਵਲ ਨਹੀਂ ਮਿਲਦੀ। ਕਈ ਵਾਰੀ ਸਟੂਡੈਂਟਸ ਨੂੰ ਇੱਕ ਦੋ ਕੁਐਸਚਨ ਪੁੱਛ ਕੇ ਹੀ ਵੀਜ਼ਾ ਅਪਰੂਵ ਕਰ ਦਿੱਤਾ ਜਾਂਦਾ ਹੈ। ਔਰ USA ਦਾ ਜਿਹੜਾ ਪ੍ਰੋਸੈਸ ਹੈਗਾ ਦੈਟ ਇਜ਼ ਕੁਆਇਟ ਸਿੰਪਲ। ਜੇ ਅਸੀਂ ਗੱਲ ਕਰੀਏ ਤਾਂ USA ਦੇ ਪ੍ਰੋਸੈਸ ਵਿੱਚ ਸਾਨੂੰ ਪੈਸੇ ਪਹਿਲਾਂ ਦੇਣ ਦੀ ਜ਼ਰੂਰਤ ਨਹੀਂ ਹੈਗੀ। ਜਿਵੇਂ ਕਿ ਬਾਕੀ ਕੰਟਰੀਆਂ 'ਚ ਅਸੀਂ ਟਿਊਸ਼ਨ ਫੀਸ ਪਹਿਲਾਂ ਪੇ ਕਰਦੇ ਹਾਂ, GIC ਪਹਿਲਾਂ ਪੇ ਕਰਦੇ ਹਾਂ ਜਾਂ ਕੁਛ ਨਾ ਕੁਛ ਪਹਿਲਾਂ ਪੇ ਕਰਦੇ ਹਾਂ, ਬਟ USA ਵਿੱਚ ਕੋਈ ਵੀ ਟਿਊਸ਼ਨ ਫੀਸ ਪਹਿਲਾਂ ਟਰਾਂਸਫਰ ਨਹੀਂ ਹੁੰਦੀ। ਸਾਰੇ ਪੈਸੇ ਟਿਊਸ਼ਨ ਫੀਸ ਦੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਆ। ਕੋਈ ਵੀ ਲਿਵਿੰਗ ਕੋਸਟ ਤੁਹਾਨੂੰ ਟਰਾਂਸਫਰ ਨਹੀਂ ਕਰਨੀ ਪੈਂਦੀ। ਔਰ ਜੇ ਅਸੀਂ ਗੱਲ ਕਰੀਏ ਤਾਂ ਲਿਵਿੰਗ ਕੋਸਟ ਤੁਹਾਨੂੰ ਸ਼ੋਅ ਕਰਨੀ ਪੈਂਦੀ ਹੈ। ਤੁਹਾਡੇ ਕੋਲ ਫੰਡਸ ਹੋਣੇ ਚਾਹੀਦੇ ਹੈ, ਉਹ ਵੀ ਥਰਡ ਪਾਰਟੀ ਫੰਡਸ, ਯਾਨੀ ਕਿ ਤੁਹਾਡੇ ਅੰਕਲ, ਤੁਹਾਡੇ ਚਾਚਾ, ਮਾਮਾ, ਤਾਇਆ, ਗ੍ਰੈਂਡ ਪੇਰੈਂਟਸ ਤੁਹਾਡੇ ਫੰਡਸ ਸ਼ੋਅ ਕਰ ਸਕਦੇ। ਸੋ ਫਲੈਕਸੀਬਿਲਿਟੀ ਜਿਹੜੀ USA ਸਟੂਡੈਂਟ ਵੀਜ਼ਾ 'ਚ ਹੈਗੀ ਹੈ ਹੋਰ ਕਿਤੇ ਨਹੀਂ ਹੈਗੀ। ਸੋ ਪਹਿਲਾਂ ਜਿਹੜੀ ਗਵਰਨਮੈਂਟ ਹੈਗੀ ਸੀ ਉਹ ਰਿਪਬਲਿਕਨ ਸੀ, ਜਿਹੜੀ ਡੋਨਲਡ ਟਰੰਪ ਦੀ ਗਵਰਨਮੈਂਟ ਸੀ, ਦੇ ਵਰ ਰੀਅਲੀ ਸਟ੍ਰਿਕਟ ਔਨ ਦੇਅਰ ਇਮੀਗ੍ਰੇਸ਼ਨ ਪੋਲਿਸੀਜ਼। ਹੁਣ ਜਿਹੜੀ ਗਵਰਨਮੈਂਟ ਆਈ ਹੈ, ਜੋ ਬਾਈਡਨ ਪ੍ਰੈਜ਼ੀਡੈਂਟ ਬਣੇ ਆ, ਦੈਟ ਇਜ਼ ਬਰਾਕ ਓਬਾਮਾ ਦੀ ਪਾਰਟੀ ਹੈ। ਸੋ ਉਹਦੇ ਜਿਹੜੇ ਉਹ ਹੈਗੇ ਦੇ ਆਰ ਵੈਰੀ ਜਿਹਨੂੰ ਕਹਿੰਦੇ ਕੀਨ ਫॉर ਇਮੀਗ੍ਰੇਸ਼ਨ। ਉਹ ਸਟੂਡੈਂਟ ਵੀਜ਼ਾ ਪ੍ਰਮੋਟ ਕਰਨਾ ਚਾਹੁੰਦੇ ਆ। ਔਰ ਜੋ ਸਾਨੂੰ ਸੁਣਨ 'ਚ ਆਇਆ ਕਿ 2 ਲੱਖ ਬੱਚੇ ਨੂੰ ਉਹ ਵੀਜ਼ਾ ਦੇਣਾ ਚਾਹੁੰਦੇ ਆ USA ਸਟੂਡੈਂਟ ਵੀਜ਼ਾ। ਸੋ ਬਹੁਤ ਸਾਰੇ ਸਟੂਡੈਂਟਸ ਨੂੰ ਕਹਾਂਗਾ ਕਿ ਖਿੱਚ ਲਓ ਤਿਆਰੀ, ਕਿਉਂਕਿ ਜੇ ਤੁਸੀਂ ਰਿਫਿਊਜ਼ ਆ ਚੁੱਕੇ ਹੋ ਔਰ ਤੁਸੀਂ ਕੈਨੇਡਾ 'ਚ ਹੁਣ ਆਪਣੀ ਫਾਈਲ ਨਹੀਂ ਲਗਾ ਸਕਦੇ ਤਾਂ ਤੁਸੀਂ USA ਦਾ ਸਟੂਡੈਂਟ ਵੀਜ਼ਾ ਲੈ ਕੇ ਔਰ USA ਤੋਂ ਕੈਨੇਡਾ ਜਾ ਸਕਦੇ ਹੋ। USA 'ਚ ਪਾਰਟ ਟਾਈਮ ਵਰਕ ਅਲਾਉਡ ਹੈਗਾ, OPT CPT ਰਾਹੀਂ, ਐਂਡ ਵਰਕ ਐਕਸਟੈਂਸ਼ਨ ਵੀ ਮਿਲਦੀ ਹੈ ਜੇ ਤੁਸੀਂ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਜਾਂ ਮੈਥਮੈਟਿਕਸ ਦੇ ਅੰਦਰ ਆਪਣੀ ਪੜ੍ਹਾਈ ਕਰਦੇ ਹੋ। USA ਦੀ ਫੀਸ ਵੀ ਅਫੋਰਡੇਬਲ ਹੈ ਐਂਡ ਸਕੋਲਰਸ਼ਿਪਸ ਆਰ ਆਲਸੋ available। and landmark immigration American International Recruitment Council ਦਾ ਮੈਂਬਰ ਹੈ, which is really a big thing, ਕਿਉਂਕਿ ਇੱਦਾਂ ਹੀ ਕੋਈ ਮੈਂਬਰ ਨਹੀਂ ਬਣ ਸਕਦਾ AIRC ਮੈਂਬਰ। so we are AIRC members
ਐਂਡ ਸਾਡੇ ਕੋਲ ਬਹੁਤ ਸਾਰੇ USA ਦੇ ਕਾਲਜਸ ਐਂਡ ਯੂਨੀਵਰਸਿਟੀਜ਼ ਡਾਇਰੈਕਟਲੀ ਹੈ। ਸੋ ਨੀਅਰੈਸਟ ਆਫਿਸ ਵਿਜ਼ਿਟ ਕਰੋ ਐਂਡ ਤੁਸੀਂ USA ਸਟੂਡੈਂਟ ਵੀਜ਼ਾ ਤੇ ਗਾਈਡੈਂਸ ਲਓ। ਬਿਲਕੁਲ ਜੀ ਬਿਲਕੁਲ। ਲੈਂਡਮਾਰਕ ਇਮੀਗ੍ਰੇਸ਼ਨ ਦੇ ਨੰਬਰ 'ਚ ਹੀ ਆ ਗਏ ਨੇ, ਫਲੈਸ਼ ਹੋ ਰਹੇ ਨੇ, ਆਫਿਸ ਦੇ ਐਡਰੈਸ ਵੀ ਫਲੈਸ਼ ਹੋ ਰਹੇ ਨੇ। ਅੱਛਾ ਸਰ, ਇੱਕ ਹੋਰ ਡਰ ਬੱਚਿਆਂ ਨੂੰ US ਅਪਲਾਈ ਕਰਨਾ ਚਾਹੇ ਕਿਸੇ ਹੋਰ ਕੰਟਰੀ ਦੇ ਵਿੱਚ, ਡਰ ਹੈ ਸੈਟਲਮੈਂਟ ਦਾ। ਸਭ ਨੂੰ ਲੱਗਦਾ ਕਿ ਕੈਨੇਡਾ ਦੇ ਵਿੱਚ PR ਹੋਣੀ ਬੜੀ ਈਜ਼ੀ ਹੈ, ਵਰਕ ਪਰਮਿਟ ਈਜ਼ੀਲੀ ਮਿਲ ਜਾਂਦਾ। ਬਾਕੀ ਕੰਟਰੀਜ਼ ਦੇ ਵਿੱਚ ਕਿਤੇ ਨਾ ਕਿਤੇ ਸੈਟਲਮੈਂਟ ਨੂੰ ਲੈ ਕੇ ਜਿਹੜੀਆਂ ਉਹ ਪ੍ਰੋਬਲਮਸ ਆਉਂਦੀਆਂ ਨੇ। ਸੋ ਮੈਂ ਇਹੀ ਜਾਣਨਾ ਚਾਹਾਂਗੀ US ਕਿਸ ਤਰ੍ਹਾਂ PR ਜਿਹੜਾ ਉਹ ਬੱਚਿਆਂ ਨੂੰ ਪ੍ਰੋਵਾਈਡ ਕਰਦਾ, ਵਰਕ ਪਰਮਿਟ ਈਜ਼ੀਲੀ ਮਿਲ ਜਾਂਦਾ ਕਿ ਨਹੀਂ ਮਿਲ ਜਾਂਦਾ? ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਥਮੈਟਿਕਸ, ਇਹ 4 ਸਟਰੀਮ 'ਚ ਜੇ ਤੁਸੀਂ ਪੜ੍ਹਨ ਜਾਂਦੇ ਹੋ ਤਾਂ ਤੁਹਾਨੂੰ 2 ਸਾਲ ਦੀ ਵਰਕ ਐਕਸਟੈਂਸ਼ਨ ਮਿਲਦੀ ਹੀ ਮਿਲਦੀ ਹੈ। ਔਰ ਜੇ ਤੁਸੀਂ ਆਪਣੀ ਪੜ੍ਹਾਈ ਦੇ ਨਾਲ ਕੰਮ ਕਰਦੇ ਹੋ ਤਾਂ ਉਹ ਵੀ ਤੁਹਾਡੀ ਯੂਨੀਵਰਸਿਟੀ ਤੁਹਾਨੂੰ ਪਰਮਿਸ਼ਨ ਦੇ ਸਕਦੀ ਹੈ। ਸੋ ਸੈਟਲਮੈਂਟ USA 'ਚ ਨਾਟ ਐਜ਼ ਈਜ਼ੀ ਐਜ਼ ਕੈਨੇਡਾ, ਬਟ ਕੈਨੇਡਾ 'ਚ ਵੀ ਤੁਹਾਡੇ ਕੋਲ ਜੌਬ ਆਫਰ ਹੋਣੀ ਚਾਹੀਦੀ ਹੈ, ਤੁਹਾਡੇ ਪੁਆਇੰਟਸ ਪੂਰੇ ਹੋਣੇ ਚਾਹੀਦੇ ਆ, ਤਾਂ ਹੀ ਤੁਹਾਨੂੰ PR ਮਿਲਦੀ ਹੈ। So that's a point based system, whereas USA ਦੀ population is close to 35 crores, Canada ਦੀ population is only 3.5 crore। so ਤੁਸੀਂ ਦੇਖ ਸਕਦੇ ਹੋ ਕਿ 1/10 ਹੈਗੀ ਹੈ ਕੈਨੇਡਾ ਦੀ population, ਔਰ ਉਹਨਾਂ ਨੂੰ ਜ਼ਰੂਰਤ ਜ਼ਿਆਦਾ ਹੈਗੀ ਹੈ ਇਮੀਗ੍ਰੈਂਟਸ ਦੀ, whereas USA ਆਲਰੇਡੀ ਇੱਕ ਡਿਵੈਲਪਡ ਨੇਸ਼ਨ ਹੈਗਾ ਔਰ ਕੈਨੇਡਾ 'ਚ ਹਲੇ ਡਿਵੈਲਪਮੈਂਟਸ ਚੱਲ ਰਹੀਆਂ ਨੇ। ਸੋ ਜੇ ਤੁਸੀਂ USA ਜਾਂਦੇ ਹੋ ਤਾਂ ਥੋੜ੍ਹਾ ਜਿਹਾ ਤੁਹਾਨੂੰ ਜੌਬ ਕਰਨੀ ਪੈ ਸਕਦੀ ਹੈ। ਜੇ 5 ਸਾਲ ਦੀ ਤੁਸੀਂ ਜੌਬ ਕਰਦੇ ਹੋ USA 'ਚ ਤਾਂ ਤੁਸੀਂ ਆਪਣੀ PR ਲੈ ਸਕਦੇ ਹੋ। ਬਟ USA 'ਚ ਜਿਹੜੀਆਂ ਕੀ ਕਹਿੰਦੇ ਓਪਰਚੁਨਿਟੀਜ਼ ਹੈਗੀਆਂ ਉਹ ਕੈਨੇਡਾ ਨਾਲੋਂ 1000 ਟਾਈਮਸ ਬੈਟਰ ਹੋਣਗੀਆਂ। USA ਦੀ ਜਿਹੜੀ ਅਰਨਿੰਗ ਹੈਗੀ ਹੈ that is also more than Canada। USA 'ਚ ਜਿਹੜੇ ਐਜੂਕੇਸ਼ਨ ਸਿਸਟਮ ਹੋਏਗਾ that is will be equally par at, but USA is always a leader because 10 ਲੱਖ ਬੱਚਾ USA ਸਾਲਾਨਾ ਪੜ੍ਹਨ ਜਾਂਦਾ, whereas Canada 'ਚ 4.5 ਲੱਖ ਬੱਚਾ ਜਾਂਦਾ। ਸੋ ਜੋ ਲਾਸਟ ਫਿਗਰ ਸੀ ਕੋਵਿਡ ਤੋਂ ਪਹਿਲਾਂ ਦੇ ਫਿਗਰ ਸੀ 10,92,000 ਸਟੂਡੈਂਟਸ ਵਰ ਗੋਇੰਗ ਈਅਰਲੀ ਟੂ USA, whereas Canada 'ਚ 4.5 ਲੱਖ ਸਟੂਡੈਂਟਸ ਹੀ ਜਾਂਦੇ ਨੇ ਸਾਲਾਨਾ। ਸੋ ਸਟੂਡੈਂਟਸ ਆਈ ਫੀਲ ਕਿ USA ਇਜ਼ ਅ ਗ੍ਰੇਟ ਡੈਸਟੀਨੇਸ਼ਨ ਜੇ ਤੁਸੀਂ USA 'ਚੋਂ ਬੈਚਲਰਸ ਕਰਨਾ ਚਾਹੁੰਦੇ ਹੋ, ਮਾਸਟਰਸ ਕਰਨਾ ਚਾਹੁੰਦੇ ਹੋ ਜਾਂ ਐਸੋਸੀਏਟ ਡਿਗਰੀਜ਼ ਕਰਨਾ ਚਾਹੁੰਦੇ ਹੋ ਜਿਹੜੀਆਂ ਕਿ 2 ਸਾਲ ਦੀਆਂ ਹੁੰਦੀਆਂ। ਜੀ ਬਿਲਕੁਲ। ਅੱਛਾ ਸਰ, ਵਿਦਆਊਟ ਆਇਲਟਸ ਵੀ US ਜਿਹੜਾ ਹੈਗਾ ਬੱਚੇ ਜਾ ਸਕਦੇ ਨੇ? ਪ੍ਰੋਪਰ ਪ੍ਰੋਫਾਈਲ ਤੁਸੀਂ ਦੱਸੋ ਕਿੱਦਾਂ ਦੇ ਬੱਚੇ ਜਾਣਗੇ, ਕਿੰਨਾ ਕੁ ਆਪਾਂ ਕਹੀਏ ਪਰਸੈਂਟੇਜ ਕਿੰਨੀ ਕੁ ਹੋਣੀ ਚਾਹੀਦੀ ਹੈ? ਫਿਰ ਸਪਾਊਸ ਦੀ ਆਪਸ਼ਨ ਵੀ ਮੇ ਬੀ ਹੈ ਨਾ US ਦੇ ਰਿਹਾ ਹੈ ਕਿ ਨਾਲ ਹੀ ਸਪਾਊਸ ਜਾ ਸਕਦਾ ਹੈ? ਸੀ ਪ੍ਰੈਫਰੈਂਸ ਨਹੀਂ ਹੈ ਕਿ ਮੈਂ ਪ੍ਰੈਫਰ ਨਹੀਂ ਕਰਾਂਗਾ ਕਿ ਸਪਾਊਸ ਨਾਲ ਹੀ ਵੀਜ਼ਾ ਅਪਲਾਈ ਕਰੇ, ਬਟ ਤੁਸੀਂ ਸਪਾਊਸ ਦਾ ਵੀਜ਼ਾ ਵੀ ਨਾਲ ਅਪਲਾਈ ਕਰ ਸਕਦੇ ਹੋ। ਬਟ ਜਦੋਂ ਤੁਸੀਂ ਆਪਣੇ ਸਪਾਊਸ ਦਾ ਵੀਜ਼ਾ ਨਾਲ ਅਪਲਾਈ ਕਰਦੇ ਹੋ ਤਾਂ ਜਿਹੜੀ ਫੰਡ ਦੀ ਰਿਕੁਆਇਰਮੈਂਟ ਹੈ ਉਹ 1.5 ਗੁਣਾ ਹੋ ਜਾਂਦੀ ਹੈ। ਔਰ ਤੁਹਾਡੀ ਜਦੋਂ ਇੰਟਰਵਿਊ ਹੁੰਦੀ ਹੈ ਇਕੱਠੇ ਸਪਾਊਸ ਦੀ ਤਾਂ ਤੁਹਾਨੂੰ ਕੋਈ ਨਾ ਕੋਈ ਇੱਦਾਂ ਦੇ ਟੈਕਨੀਕਲ ਕੁਐਸਚਨਸ ਪੁੱਛੇ ਜਾ ਸਕਦੇ ਆ ਕਿ ਸਪਾਊਸ ਕਿਉਂ ਤੁਹਾਡੇ ਨਾਲ ਜਾ ਰਿਹਾ। ਸੈਕੰਡਲੀ ਅਸੀਂ ਗੱਲ ਕਰੀਏ ਤਾਂ ਸਪਾਊਸ ਜੇ ਜਦੋਂ ਵੀਜ਼ਾ ਲੱਗ ਜਾਂਦਾ ਮੇਨ ਐਪਲੀਕੈਂਟ ਦਾ, ਉਸ ਤੋਂ ਬਾਅਦ ਜੇ ਅਪਲਾਈ ਕਰਦਾ ਤਾਂ ਜਿਹੜੇ ਚਾਂਸਸ ਹੈਗੇ ਆ ਸਪਾਊਸ ਵੀਜ਼ਾ ਦੇ ਉਹ ਥੋੜ੍ਹੇ ਜਿਹੇ ਵੱਧ ਜਾਂਦੇ ਨੇ। ਸੋ ਵਿਦਆਊਟ ਆਈਲੈਟਸ ਬੇਸ਼ੱਕ ਸਟੂਡੈਂਟ ਅਪਲਾਈ ਕਰ ਸਕਦਾ, ਬਟ ਸਟੂਡੈਂਟ ਨੂੰ ਆਪਣੇ ਮਨ 'ਚ ਖਿਆਲ ਰੱਖਣਾ ਚਾਹੀਦਾ ਕਿ ਜਿਹੜਾ USA ਦਾ ਸਟੂਡੈਂਟ ਵੀਜ਼ਾ ਦੈਟ ਇਜ਼ ਐਨ ਇੰਟਰਵਿਊ ਬੇਸਡ। ਸੋ ਕੈਨੇਡਾ ਦਾ ਸਟੂਡੈਂਟ ਵੀਜ਼ਾ is a paper based visa and USA the student visa is an interview based student visa। so that means ਕਿ ਇੱਕ ਕੰਸਲਟੈਂਟ ਤੁਹਾਡੀ ਇੰਟਰਵਿਊ ਦੀ ਤਿਆਰੀ ਜ਼ਰੂਰ ਕਰਾ ਸਕਦਾ ਬਟ ਇੰਟਰਵਿਊ ਨਹੀਂ ਦੇ ਸਕਦਾ, ਇੰਟਰਵਿਊ ਤੁਸੀਂ ਦੇਣੀ ਹੈ। ਸੋ ਸਟੂਡੈਂਟ ਨੂੰ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਜਦੋਂ ਉਹ USA ਦਾ ਸਟੂਡੈਂਟ ਵੀਜ਼ਾ ਅਪਲਾਈ ਕਰਦਾ ਹੈ। ਸੋ ਸਾਡੇ ਸਟੂਡੈਂਟਸ ਕਾਫੀ ਜ਼ਿਆਦਾ ਲੋ ਕੌਨਫੀਡੈਂਸ ਫੀਲ ਕਰਦੇ ਆ ਇੰਟਰਵਿਊ ਦੇਣ ਲਈ, ਬਟ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਬਿਫੋਰ 2016 ਲੈਂਡਮਾਰਕ ਇਮੀਗ੍ਰੇਸ਼ਨ ਦੇ ਇੰਨੇ ਸਟੂਡੈਂਟਸ ਜਿਹਨੂੰ ਅਸੀਂ ਕਈ ਵਾਰੀ ਸੋਚਦੇ ਸੀ ਕਿ ਉਹ ਤੇਰਾ ਵੀ ਵੀਜ਼ਾ ਆ ਗਿਆ, ਤੁਸੀਂ ਤਾਂ ਵਰਡ ਨਹੀਂ ਬੋਲਦਾ ਸੀ ਇੰਗਲਿਸ਼ ਦਾ, ਐਂਡ ਇੱਦਾਂ ਦੇ ਸਟੂਡੈਂਟ ਦੇ ਵੀ ਵੀਜ਼ੇ ਲੱਗੇ USA ਦੇ। ਸੋ ਆਈ ਫੀਲ ਨਾਓ USA ਜਿਹੜਾ ਆਪਣਾ ਟਾਰਗੇਟ ਬਣਾ ਕੇ ਚੱਲਿਆ 2 ਲੱਖ ਸਟੂਡੈਂਟਸ ਨੂੰ ਇੰਡੀਆ ਤੋਂ ਲੈ ਕੇ ਜਾਣ ਦਾ, ਉਹ ਇੱਕ ਬਹੁਤ ਵੱਡਾ ਟਾਰਗੇਟ ਹੈ। ਉਹਨੂੰ ਅਚੀਵ ਕਰਨ ਲਈ USA ਨੂੰ ਬਹੁਤ ਖੁੱਲ੍ਹੇ ਦਿਲ ਨਾਲ ਵੀਜ਼ੇ ਦੇਣੇ ਪੈਣੇ ਆ। ਔਰ USA ਹੁਣ ਸਟੂਡੈਂਟਸ ਨੂੰ ਮੈਂ ਕਹਾਂਗਾ ਕਿ ਜਿਹੜੇ ਸੋਚਦੇ ਸੀ ਕਿਸੇ ਬਾਹਰ ਜਾ ਕੇ ਪੜ੍ਹਨਾ ਉਹਨਾਂ ਲਈ ਇੱਕ ਗ੍ਰੇਟ ਓਪਰਚੁਨਿਟੀ ਬਣ ਕੇ ਆਉਣਾ। ਬਿਲਕੁਲ ਜੀ ਬਿਲਕੁਲ। ਅੱਛਾ ਸਰ, ਜਰਮਨੀ ਬਾਰੇ ਕੀ ਕਹਿਣਾ ਚਾਹੋਗੇ? ਇੱਕ ਟਾਈਮ ਸੀਗਾ ਜਰਮਨੀ ਵੀ ਕਾਫੀ ਬੱਚਿਆਂ ਨੇ ਅਪਲਾਈ ਕੀਤਾ, ਲੈਂਡਮਾਰਕ ਇਮੀਗ੍ਰੇਸ਼ਨ ਦੇ ਥਰੂ ਵੀ ਗਏ, ਪਰ ਹੁਣ ਕਾਫੀ ਟਾਈਮ ਹੋ ਗਿਆ ਜਰਮਨੀ ਦੀ ਆਪਾਂ ਗੱਲ ਬਹੁਤ ਘੱਟ ਕਰਦੇ ਹਾਂ। ਸੋ ਜਰਮਨੀ ਦੇ ਵਿੱਚ ਵੀਜ਼ਾ ਨੂੰ ਲੈ ਕੇ ਕੋਈ ਪ੍ਰੋਬਲਮ ਆਈ ਹੈ ਜਾਂ ਬੱਚੇ ਜਾ ਸਕਦੇ ਨੇ ਹਜੇ ਵੀ? ਸੋ ਜਰਮਨੀ ਡਿਫਿਕਲਟ ਇੱਦਾਂ ਹੋ ਗਿਆ ਸੀ ਕਿ ਮਾਸਟਰਸ ਵਾਲੇ ਸਟੂਡੈਂਟਸ ਨੂੰ ਉਹਨਾਂ ਨੇ ਪ੍ਰੈਫਰੈਂਸ ਦਿੱਤੀ ਕਿ ਜਿਹੜੇ ਮਾਸਟਰਸ ਕਰਨ ਜਾਣਾ ਚਾਹੁੰਦੇ ਆ ਉਹਨਾਂ ਦੇ ਵੀਜ਼ਾ ਧੜਾ ਧੜਾਏ
ਉਹਨਾਂ ਦੇ ਵੀਜ਼ਾਸ ਕੋਵਿਡ ਦੇ ਦੌਰਾਨ ਵੀ ਆਏ, ਉਹਨਾਂ ਨੂੰ ਅਪਾਇੰਟਮੈਂਟਸ ਮਿਲੀਆਂ, ਕਿਤੇ ਨਾ ਕਿਤੇ ਬੈਚਲਰਸ ਵਾਲੇ ਸਟੂਡੈਂਟਸ ਨੂੰ ਉਹਨਾਂ ਨੇ ਇਗਨੋਰ ਕਰਤਾ। ਜਰਮਨੀ ਕੋਲ ਇੰਟਰਵਿਊ ਸਲੋਟਸ ਹੀ ਨਹੀਂ ਹੈਗੇ ਸੀ, ਉਹਨਾਂ ਦੇ ਵੀਜ਼ਾ ਆਫਿਸਰਸ ਇੰਨੇ ਨਹੀਂ ਹੈਗੇ ਸੀ ਇੰਡੀਆ 'ਚ ਜਿਹੜੇ ਵੀਜ਼ਾ ਪ੍ਰੋਸੈਸ ਕਰ ਸਕਦੇ। ਸੋ ਜਰਮਨੀ 'ਚ ਵੀ ਹੁਣ ਜੋ ਸਾਨੂੰ ਸੁਣਨ 'ਚ ਆਇਆ ਕਿ ਜੁਲਾਈ ਤੋਂ ਜਰਮਨੀ ਨੇ ਬੈਚਲਰ ਦੀਆਂ ਅਪਾਇੰਟਮੈਂਟਸ ਖੋਲ੍ਹਤੀਆਂ, ਮਾਸਟਰਸ ਦੀਆਂ ਅਪਾਇੰਟਮੈਂਟਸ ਖੋਲ੍ਹਤੀਆਂ। ਜਰਮਨੀ ਇੱਕ ਟੌਪ ਡੈਸਟੀਨੇਸ਼ਨ ਹੈ, ਟੌਪ 7 ਕੰਟਰੀਜ਼ 'ਚ ਆਉਂਦੀ ਹੈ ਜਰਮਨੀ, ਔਰ ਤੁਸੀਂ ਜਰਮਨੀ ਦਾ ਸਟੂਡੈਂਟ ਵੀਜ਼ਾ ਲੈ ਕੇ ਵੀ ਜਰਮਨੀ ਜਾ ਸਕਦੇ ਹੋ। ਸੋ ਜੇ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਆਈਲੈਟਸ ਨਹੀਂ ਕੀਤੀ, ਪਰ ਗ੍ਰੈਜੂਏਸ਼ਨ ਆਪਣੀ ਵਿਦਆਊਟ, ਜਿਹਨੂੰ ਕਹਿੰਦੇ ਆ ਕਿ ਗ੍ਰੈਜੂਏਸ਼ਨ ਇੰਗਲਿਸ਼ ਮੀਡੀਅਮ ਤੋਂ ਕੀਤੀ ਹੈ, ਤਾਂ ਤੁਸੀਂ ਜਰਮਨੀ ਦਾ ਮੀਡੀਅਮ ਆਫ ਇੰਸਟਰਕਸ਼ਨ ਲੈਟਰ ਤੇ ਵੀਜ਼ਾ ਅਪਲਾਈ ਕਰ ਸਕਦੇ ਹੋ। ਸੇਮ ਗਲੋਜ਼ ਫॉर 12th ਪਾਸ ਸਟੂਡੈਂਟਸ ਵੀ ਅਪਲਾਈ ਕਰ ਸਕਦੇ ਨੇ ਜਰਮਨੀ ਦਾ ਸਟੂਡੈਂਟ ਵੀਜ਼ਾ। ਐਂਡ ਜਰਮਨੀ 'ਚ ਜਿਹੜੀ ਇੰਟਰਵਿਊ ਹੈ ਦੈਟ ਇਜ਼ ਟੇਕਨ ਇਨ VFS ਸੈਂਟਰਸ। 90% ਜਿਹੜੀ ਇੰਟਰਵਿਊ ਹੁੰਦੀ ਹੈ ਉਹ VFS ਸੈਂਟਰਸ 'ਚ ਲਈ ਜਾਂਦੀ ਹੈ। ਔਰ ਜਦੋਂ ਜਰਮਨੀ ਅੰਬੈਸੀ ਵਿੱਚ ਬਹੁਤ ਹੀ ਬੇਸਿਕ ਕੁਐਸਚਨ ਪੁੱਛੇ ਜਾਂਦੇ हैं ਜੇ ਤੁਹਾਨੂੰ ਜਰਮਨੀ ਅੰਬੈਸੀ ਵੀ ਬੁਲਾਇਆ ਜਾਂਦਾ ਹੈ। ਸੋ ਵੀਜ਼ਾ ਸਕਸੈਸ ਰੇਟ ਇਜ਼ ਰੀਅਲੀ ਹਾਈ। ਪਾਰਟ ਟਾਈਮ ਜੌਬਸ ਆਰ ਅਵੇਲੇਬਲ। ਆਫਟਰ ਯੂ ਕੰਪਲੀਟ ਯੋਰ ਸਟੱਡੀਜ਼ ਤੁਹਾਨੂੰ 1.5 ਸਾਲ ਦਾ ਵਰਕ ਪਰਮਿਟ ਹੈ ਔਰ PR ਵੀ ਅਵੇਲੇਬਲ ਹੈਗੀ ਹੈ। ਸੋ ਜਰਮਨੀ ਇਜ਼ ਆਲਸੋ ਅ ਗ੍ਰੇਟ ਕੰਟਰੀ ਜਿੱਥੇ ਤੁਸੀਂ ਜਾ ਕੇ ਸੈਟਲ ਹੋ ਸਕਦੇ ਹੋ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਰਮਨੀ ਜਿਹੜੀ ਫੀਸ ਹੈ ਉਹ ਵੀ 7-8 ਲੱਖ ਦੇ ਵਿਚਕਾਰ ਹੀ ਹੈਗੀ ਹੈ। ਪੂਰੀ ਫੀਸ ਸਾਨੂੰ ਵੀਜ਼ਾ ਲੱਗਣ ਤੋਂ ਪਹਿਲਾਂ ਨਹੀਂ ਦੇਣੀ ਪੈਂਦੀ। 2 ਤੋਂ 2.5 ਲੱਖ ਰੁਪਏ ਦੇ ਕੇ ਤੁਸੀਂ ਆਪਣੀ ਸੀਟ ਰਿਜ਼ਰਵ ਕਰ ਸਕਦੇ ਹੋ। ਇਸ ਤੋਂ ਇਲਾਵਾ ਇੱਕ ਬਲੌਕਡ ਅਕਾਊਂਟ ਖੁੱਲ੍ਹਦਾ, ਵੈਰੀ ਸਿਮਿਲਰ ਟੂ GIC ਅਕਾਊਂਟ, ਜਿਹਦੇ ਵਿੱਚ ਤੁਸੀਂ 10,000 ਯੂਰੋ ਡਿਪੋਜ਼ਿਟ ਕਰਨੇ ਆ ਔਰ ਤੁਸੀਂ ਵਿਡਰਾਅ ਕਰ ਸਕਦੇ ਹੋ। ਤੁਸੀਂ ਜਰਮਨੀ ਜਾ ਕੇ ਉਹ ਪੈਸਾ ਵਿਡਰਾਅ ਕਰ ਸਕਦੇ ਹੋ, ਯੂਜ਼ ਕਰ ਸਕਦੇ ਹੋ ਆਪਣੇ ਸੈਟਲਮੈਂਟ ਲਈ। ਥਰਡਲੀ ਅਸੀਂ ਬਰਲਿਨ ਸਿਟੀ ਵਿੱਚ ਸਟੂਡੈਂਟਸ ਨੂੰ ਭੇਜਦੇ ਹਾਂ, ਜਿਹੜੀ ਕਿ ਕੈਪੀਟਲ ਹੈ ਔਰ ਉੱਥੇ ਕੰਮ ਦੀ ਘਾਟ ਨਹੀਂ ਹੈਗੀ। ਜਿੰਨੇ ਵੀ ਸਟੂਡੈਂਟਸ ਗਏ, ਮੈਂ ਆਪੇ ਟਰੈਵਲ ਕੀਤਾ ਜਰਮਨੀ, ਉਹਨਾਂ ਦਾ ਫੀਡਬੈਕ ਲਿਆ ਐਂਡ ਫੀਡਬੈਕ ਬੜਾ ਹੀ ਅਮੇਜ਼ਿੰਗ ਸੀ। ਦੇ ਵਰ ਰੀਅਲੀ ਹੈਪੀ, ਦੇ ਵਰ ਰੀਅਲੀ ਕੰਟੈਂਟਡ, ਦੇ ਗॉट देयर ਪਾਰਟ ਟਾਈਮ ਜੌਬਸ ਔਨ ਟਾਈਮ ਐਂਡ ਐਵਰੀਥਿੰਗ ਵਾਸ ਵੈਰੀ ਗੁੱਡ। ਸੋ ਜੇ ਤੁਸੀਂ ਦੇਖੋ ਕਿ ਜਰਮਨੀ ਵੀ ਇੱਕ ਆਪਣੇ ਆਪ 'ਚ ਇੱਕ ਅੱਛੀ ਡੈਸਟੀਨੇਸ਼ਨ ਹੈ ਜੇ ਤੁਸੀਂ ਪੜ੍ਹਨ ਜਾਣਾ ਚਾਹੁੰਦੇ ਹੋ। ਜੀ ਅੱਛਾ ਸਰ, ਪਰ ਅਜੇ ਹੁਣ ਅਸੀਂ ਗੱਲ ਕਰੀਏ ਸਟੂਡੈਂਟਸ ਦੀ, ਤੁਸੀਂ ਕੀ ਐਡਵਾਈਸ ਕਰੋਗੇ ਕਿਉਂਕਿ ਤੁਸੀਂ ਖੁਦ ਉਹਨਾਂ ਕੰਟਰੀਜ਼ ਦੇ ਵਿੱਚ ਵਿਜ਼ਿਟ ਕੀਤਾ ਹੈ, ਡਿਮਾਂਡ ਕਿੱਦਾਂ ਦੇ ਬੱਚਿਆਂ ਦੀ ਹੈ, ਕਿੱਦਾਂ ਕਦੀ ਬੱਚੇ ਕੋਰਸ ਲੈ ਕੇ ਜਾਣ ਤਾਂ ਕਿ ਉਹਨਾਂ ਨੂੰ ਉਹਦੇ ਵਿੱਚ ਅੱਛੀਆਂ ਜੌਬਸ ਮਿਲ ਪਾਉਣ? ਕਿਉਂਕਿ ਬੱਚਿਆਂ ਨੂੰ ਕਿਤੇ ਨਾ ਕਿਤੇ ਲੱਗਦਾ ਕਿ ਜਦੋਂ ਅਸੀਂ ਜਾਵਾਂਗੇ, ਚਾਹੇ ਕੈਨੇਡਾ ਜਾ ਰਹੇ ਹਾਂ, US ਜਾ ਰਹੇ ਹਾਂ, ਆਸਟ੍ਰੇਲੀਆ ਜਾ ਰਹੇ ਹਾਂ, ਤੇ ਸਾਨੂੰ ਵਾਈਟ ਕਾਲਰਸ ਜੌਬ ਤਾਂ ਮਿਲ ਨਹੀਂ ਸਕਦੀ, ਜਾਂ ਤਾਂ ਟੈਕਸੀ ਚਲਾਉਣੀ ਹੈਗੀ ਹੈ ਜਾ ਕੇ, ਜਾਂ ਇੱਦਾਂ ਦੇ ਛੋਟੇ ਮੋਟੇ ਕੰਮ ਹੀ ਜਿਹੜੇ ਉਹ ਸਾਨੂੰ ਕਰਨੇ ਪੈਣਗੇ। ਸੀ ਵਾਈਟ ਕਾਲਰ ਜੌਬ ਤਾਂ ਸਟੂਡੈਂਟਸ ਕੈਨੇਡਾ ਵਿੱਚ ਵੀ ਜਾ ਕੇ ਕਰਦੇ ਨਹੀਂ ਹੈਗੇ, ਕਿਉਂਕਿ ਸਾਡੇ ਸਟੂਡੈਂਟ ਫੋਕਸ ਕਰਦੇ ਆ ਕਿ ਅਸੀਂ ਡਿਪਲੋਮਾ ਕਰਨਾ। 2 years ਦਾ ਡਿਪਲੋਮਾ ਇਜ਼ ਨਾਟ ਗੋਇੰ ਟੂ ਗੈਟ ਯੂ ਅ ਵਾਈਟ ਕਾਲਰ ਜੌਬ ਅੰਟਿਲ ਅਨਲੈਸ ਤੁਹਾਡੇ ਨੰਬਰ ਬਹੁਤ ਵਧੀਆ ਆਏ ਹੋਣ। ਸੋ ਸਾਡੇ ਬੱਚਿਆਂ ਦੇ ਨੰਬਰ ਵੀ ਇਸ ਲਈ ਚੰਗੇ ਨਹੀਂ ਆਉਂਦੇ ਕਿਉਂਕਿ ਦੇ ਫੋਕਸ ਔਨ ਮੋਰ ਔਨ ਦੇਅਰ ਪਾਰਟ ਟਾਈਮ ਵਰਕ। ਸੋ ਸਟੂਡੈਂਟ ਦਾ ਇੱਕ ਫੋਕਸ ਜਿਹੜਾ ਹੋਣਾ ਚਾਹੀਦਾ ਉਹ ਕੰਮ ਤੇ ਨਹੀਂ, ਪੜ੍ਹਾਈ ਤੇ ਹੋਣਾ ਚਾਹੀਦਾ। ਜੇ ਤੁਹਾਡਾ ਫੋਕਸ ਪੜ੍ਹਾਈ ਤੇ ਹੈਗਾ, ਚੰਗੇ ਨੰਬਰ ਲਓਗੇ ਜਾਂ ਆਪਣੀ ਸਟੱਡੀਜ਼ ਐਕਸਟੈਂਡ ਕਰੋਗੇ, ਬੈਚਲਰ ਕੰਪਲੀਟ ਕਰੋਗੇ ਤਾਂ ਵਾਈਟ ਕਾਲਰ ਜੌਬਸ ਮਿਲਣਗੀਆਂ। ਸੋ ਜਿੰਨੇ ਵੀ ਸਟੂਡੈਂਟ ਹੈ, ਮੇਰੀ ਉਹਨਾਂ ਸਾਰਿਆਂ ਨੂੰ ਐਡਵਾਈਸ ਹੈਗੀ ਹੈ ਕਿ ਜੇ ਤੁਸੀਂ ਪੜ੍ਹਨ ਜਾ ਰਹੇ ਹੋ ਤਾਂ ਪੜ੍ਹਾਈ ਤੇ ਫੋਕਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਕੰਮ ਕਰੋ ਬਟ ਓਨਾ ਕਰੋ ਜਿੰਨੀ ਸਰਕਾਰ ਨੇ ਲਿਮਿਟ ਸੈੱਟ ਕੀਤੀ ਹੈ, ਤਾਂ ਕਿ ਜਿਹੜਾ ਪੜ੍ਹਾਈ ਤੇ ਹਰਜਾਨਾ ਨਾ ਆਏ। ਸੋ ਸਟੂਡੈਂਟਸ ਨੂੰ, ਜਿਵੇਂ ਜਰਮਨੀ ਦੀ ਅਸੀਂ ਗੱਲ ਕਰੀਏ ਤਾਂ ਡਿਜ਼ਾਈਨ, IT, ਇੰਜੀਨੀਅਰਿੰਗ ਦੀਆਂ ਬਹੁਤ ਜ਼ਿਆਦਾ ਜੌਬਸ ਹੈਗੀਆਂ। ਅਸੀਂ ਕੈਨੇਡਾ ਦੀ ਗੱਲ ਕਰੀਏ ਤਾਂ ਕੰਸਟਰਕਸ਼ਨ, ਸਿਵਲ ਇੰਜੀਨੀਅਰਿੰਗ, ਮਕੈਨੀਕਲ ਇੰਜੀਨੀਅਰਿੰਗ, ਆਟੋਮੋਬਾਈਲ ਇੰਜੀਨੀਅਰਿੰਗ, ਇਨਫੋਰਮੇਸ਼ਨ ਟੈਕਨੋਲੋਜੀ, ਕੰਪਿਊਟਰ ਸੌਫਟਵੇਅਰ ਇੰਜੀਨੀਅਰਿੰਗ, ਪ੍ਰੋਗਰਾਮਿੰਗ, ਇਹਨਾਂ ਵਿੱਚ ਬਹੁਤ ਜ਼ਿਆਦਾ ਜੌਬਸ ਹੈ ਕੈਨੇਡਾ ਵਿੱਚ। ਔਰ ਕੈਨੇਡਾ 'ਚ ਮੈਂ ਤੁਹਾਨੂੰ ਦੱਸਾਂਗਾ ਕਿ ਹਰ ਸਟਰੀਮ 'ਚ ਬਹੁਤ ਜ਼ਿਆਦਾ ਜੌਬਸ ਹੈ ਕਿਉਂਕਿ ਪੋਪੂਲੇਸ਼ਨ ਘੱਟ ਹੈ ਐਂਡ ਡਿਮਾਂਡ ਬੜੀ ਹਾਈ ਹੈ। ਸੋ ਕੈਨੇਡਾ ਵਿੱਚ ਹਰ ਤਰ੍ਹਾਂ ਦੀ ਜੌਬ ਹੈ ਇਫ ਯੂ ਆਰ ਐਕਸਪਰਟ ਐਟ ਇਟ, ਤੁਹਾਨੂੰ ਚੰਗੀ ਤਰ੍ਹਾਂ ਆਪਣਾ ਕੰਮ ਕਰਨਾ ਆਉਂਦਾ ਹੈ। ਸੇਮ ਗੋਜ਼ ਫॉर USA ਇਜ਼ ਦਾ IT ਹੱਬ ਆਫ ਦਾ ਵਰਲਡ। ਔਰ ਜੇ ਤੁਸੀਂ ਇਨਫੋਰਮੇਸ਼ਨ ਟੈਕਨੋਲੋਜੀ ਜਾਂ ਕੰਪਿਊਟਰ ਇੰਜੀਨੀਅਰਿੰਗ ਜਾਂ ਬਿਜ਼ਨਸ ਮੈਨੇਜਮੈਂਟ ਸਿੱਖਣਾ ਚਾਹੁੰਦੇ ਹੋ, ਮੈਨੂੰ ਲੱਗਦਾ ਕਿ USA ਇੱਕ ਟੌਪ ਡੈਸਟੀਨੇਸ਼ਨ ਹੈਗੀ ਹੈ। ਸੋ ਜਿਹੜੇ ਇਹਨਾਂ ਫੀਲਡਸ 'ਚ ਸਟੂਡੈਂਟਸ ਜਾਣਗੇ ਤਾਂ ਜ਼ਰੂਰ ਐਕਸੈਲ ਕਰਨਗੇ ਔਰ ਆਪਣੀ ਪੜ੍ਹਾਈ 'ਤੇ ਜੇ ਫੋਕਸ ਕਰਨਗੇ ਤਾਂ ਵਾਈਟ ਕਾਲਰ ਜੌਬ ਵੀ ਲੈ ਸਕਣਗੇ। ਬਿਲਕੁਲ ਜੀ, ਬਿਲਕੁਲ। ਸੋ ਧਿਆਨ ਦੇ ਨਾਲ ਜਦੋਂ ਵੀ ਤੁਸੀਂ ਕਿਸੇ ਵੀ ਕੰਸਲਟੈਂਟ ਦੇ ਥਰੂ ਆਪਣਾ ਵੀਜ਼ਾ ਅਪਲਾਈ ਕਰਦੇ ਹੋ, ਤੁਸੀਂ ਪੁੱਛ ਲਿਆ ਕਰੋ। ਕਈ ਵਾਰੀ ਖੁਦ ਨੂੰ ਤੁਹਾਨੂੰ ਨਹੀਂ ਨੌਲੇਜ ਹੁੰਦੀ ਕਿ ਉਹ ਜਿਹੜੀ ਕੰਟਰੀ 'ਚ ਅਸੀਂ ਜਾ ਰਹੇ ਹਾਂ, ਜਿਹੜੇ ਏਰੀਆ 'ਚ ਜਾ ਰਹੇ, ਡਿਮਾਂਡ ਜਿਹੜੀ ਹੈਗੀ ਉਹ ਕਿੱਦਾਂ ਦੇ ਇੰਪਲੋਇਰਸ ਦੀ ਹੋਏਗੀ ਫਿਊਚਰ ਦੇ ਵਿੱਚ, ਅਸੀਂ ਉਸ ਤਰ੍ਹਾਂ ਦਾ ਹੀ ਕੋਰਸ ਲੈ ਕੇ ਜਾਈਏ। ਸੋ ਐਕਸਪਰਟ, ਕੰਸਲਟੈਂਟ ਔਰ ਏਜੰਟ ਦੇ ਵਿੱਚ ਇਹੀ ਫਰਕ ਹੁੰਦਾ ਹੈ। ਏਜੰਟ ਦਾ ਮਤਲਬ ਸਿਰਫ ਔਰ ਸਿਰਫ ਤੁਹਾਡਾ ਵੀਜ਼ਾ ਲਗਵਾ ਕੇ ਦੇ ਦੇਣਾ, ਔਰ ਕੰਸਲਟੈਂਟ ਉਹ ਹੁੰਦਾ ਹੈ ਕਿ ਤੁਹਾਡੀ ਪ੍ਰੋਪਰ ਕਾਉਂਸਲਿੰਗ ਜਿਹੜੀ ਹੈਗੀ ਆ
ਉਹ ਕੀਤੀ ਜਾਵੇ ਕਿ ਕਿੱਦਾਂ ਦੇ ਕੋਰਸ ਦਾ ਤੁਹਾਨੂੰ ਅੱਗੇ ਜਾ ਕੇ ਬੈਨੀਫਿਟ ਹੋਣ ਵਾਲਾ, ਕਿੱਦਾਂ ਦੀਆਂ ਜੌਬਸ ਜਿਹੜੀਆਂ ਉਹ ਤੁਹਾਨੂੰ ਮਿਲਣਗੀਆਂ। ਸੋ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਜਿਹੜਾ ਤੁਸੀਂ ਵੀ ਰੱਖ ਕੇ ਚੱਲਣਾ ਹੈਗਾ। ਅੱਛਾ ਸਰ, ਬੱਚਿਆਂ ਨੂੰ ਕੁਝ ਐਡਵਾਈਸ ਕਰੋਗੇ ਬਿਕਾਜ਼ ਫਲਾਈਟਸ ਲੇਟ ਓਪਨ ਹੋਣਗੀਆਂ, ਕੁਝ ਪਤਾ ਨਹੀਂ ਹਜੇ, ਉਨੇ ਕੁ ਟਾਈਮ ਦੇ ਵਿੱਚ ਬੱਚੇ ਕੋਈ ਨਾ ਕੋਈ ਸਕਿੱਲਸ ਜਿਹੜੀਆਂ ਉਹ ਸਿੱਖ ਲੈਣ। ਸੋ ਸਟੂਡੈਂਟਸ ਜਿਹੜੇ ਇੰਡੀਆ 'ਚ ਰਹਿ ਰਹੇ ਆ, ਆਨਲਾਈਨ ਸਟੱਡੀਜ਼ ਕਰ ਰਹੇ ਨੇ, ਕੈਨੇਡਾ ਜਾਣ ਵਾਲੇ ਜਾਂ ਕਿਤੇ ਵੀ ਜਾਣ ਵਾਲੇ, ਫਸਟ ਆਫ ਆਲ ਤਾਂ ਮੈਂ ਸਟੂਡੈਂਟਸ ਨੂੰ ਕਹਾਂਗਾ ਕੁਕਿੰਗ ਸਿੱਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਜਦੋਂ ਤੁਸੀਂ ਘਰ ਤੋਂ ਦੂਰ ਹੋ ਤਾਂ ਤੁਹਾਨੂੰ ਕੁਕਿੰਗ ਆਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ, ਨਹੀਂ ਤਾਂ ਫਿਰ ਤੁਸੀਂ ਬਾਹਰ ਦਾ ਖਾਣਾ ਖਾ ਖਾ ਕੇ ਸਿੱਖ ਵੀ ਹੋ ਸਕਦੇ ਹੋ, ਬਿਮਾਰ ਹੋ ਸਕਦੇ ਹੋ। ਸੋ ਕੁਕਿੰਗ ਸਿੱਖਣੀ ਇੱਕ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇਸ ਤੋਂ ਇਲਾਵਾ ਤੁਸੀਂ ਕੈਨੇਡਾ ਜਾ ਰਹੇ ਹੋ ਤਾਂ ਫਰੈਂਚ ਸਿੱਖ ਸਕਦੇ ਹੋ, ਕਿਉਂਕਿ ਫਰੈਂਚ ਦੀ ਕੋਈ ਵੀ ਸਰਕਾਰੀ ਨੌਕਰੀ ਕਰਨ ਲਈ ਸਾਨੂੰ ਫਰੈਂਚ ਆਉਣੀ ਕੰਪਲਸਰੀ ਹੈਗੀ ਹੈ। ਇਫ ਯੂ ਆਰ ਨਾਟ ਫਰੈਂਚ ਸਪੀਕਰ ਯੂ ਨਾਟ ਅਲਾਉਡ ਟੂ ਟੇਕ ਅ ਗਵਰਨਮੈਂਟ ਜੌਬ। ਸੋ ਫਰੈਂਚ ਸਿੱਖ ਸਕਦੇ ਹੋ ਜੇ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ। ਆਪਣੀਆਂ ਸਪੋਕਨ ਇੰਗਲਿਸ਼ ਦੀਆਂ ਸਕਿੱਲਸ ਇੰਪਰੂਵ ਕਰ ਸਕਦੇ ਹੋ, ਜਿਹੜੇ ਕਾਮਨ ਸਲੈਂਗਸ ਹੁੰਦੇ ਆ ਉਹ ਵੀ ਤੁਸੀਂ ਸਿੱਖ ਸਕਦੇ ਹੋ। ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਐਡ ਕਰ ਸਕਦੇ ਹੋ ਜੋ ਤੁਸੀਂ ਕਿਸੇ ਵੀ ਕੰਟਰੀ ਜਾ ਰਹੇ ਹੋ। ਸੋ ਜਿਹੜੇ ਕੰਟਰੀ ਜਾ ਰਹੇ ਹੋ ਉਸ ਕੰਟਰੀ ਦੇ ਰੂਲਸ ਐਂਡ ਰੈਗੂਲੇਸ਼ਨ ਦੇ ਅਕੋਰਡਿੰਗਲੀ ਤੁਸੀਂ ਲੈਂਗੁਏਜ ਸਿੱਖ ਸਕਦੇ ਹੋ। ਜੇ ਜਰਮਨੀ ਜਾ ਰਹੇ ਹੋ ਤਾਂ ਡੱਚ ਸਿੱਖ ਸਕਦੇ ਹੋ, ਔਰ ਜੇ USA ਜਾ ਰਹੇ ਹੋ ਤਾਂ USA ਵਿੱਚ ਇੰਗਲਿਸ਼ ਇਜ਼ ਵੈਰੀ ਕਾਮਨਲੀ ਯੂਜ਼ਡ। Although more than 20% people are now Spanish and almost everybody is learning Spanish in USA because Spanish has become very popular in USA. So students ਕਿਤੇ ਨਾ ਕਿਤੇ ਲੈਂਗੁਏਜ ਸਿੱਖ ਸਕਦੇ ਨੇ ਜਿਹੜੇ ਇੰਟਰਨੈਸ਼ਨਲ ਜਾਣਾ ਚਾਹੁੰਦੇ ਨੇ, ਬਟ ਆਪਣੀ ਕੈਨੇਡਾ ਵਿੱਚ ਸਟੂਡੈਂਟਸ ਨੂੰ ਜਾ ਕੇ ਘਰ ਵਰਗਾ ਹੀ ਮਾਹੌਲ ਮਿਲਦਾ, ਖਾਸ ਕਰਕੇ ਟੋਰਾਂਟੋ ਔਰ ਵੈਂਕੂਵਰ ਵਿੱਚ, ਕਿਉਂਕਿ ਉੱਥੇ ਬਹੁਤ ਵੱਡੇ ਨੰਬਰਸ ਨਾਰਥ ਇੰਡੀਅਨ ਸੈਟਲਡ ਹੈਗੇ ਆ। ਸੋ ਸਟੂਡੈਂਟਸ ਤਾਂ ਹੀ ਟੋਰਾਂਟੋ ਜਾਂ ਵੈਂਕੂਵਰ ਨੂੰ ਪ੍ਰੈਫਰ ਕਰਦੇ ਆ, ਔਰ ਉੱਥੇ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਹੈ ਔਰ ਉਹ ਕਈ ਵਾਰੀ ਵੀਜ਼ਾ ਰਿਫਿਊਜ਼ਲ ਦਾ ਕਾਰਨ ਵੀ ਬਣ ਸਕਦਾ। ਸੋ ਸਟੂਡੈਂਟ ਜਦੋਂ ਤੁਸੀਂ ਅਪਲਾਈ ਕਰਨਾ ਹੈ ਤਾਂ ਤੁਹਾਨੂੰ ਇੱਕ ਪ੍ਰੋਪਰ ਕੰਸਲਟੈਂਟ ਦੀ ਲੋੜ ਹੈ ਜਿਹੜਾ ਤੁਹਾਨੂੰ ਗਾਈਡ ਕਰੇਗਾ ਕਿ ਕਿੱਦਾਂ ਸਟੈਪ ਬਾਏ ਸਟੈਪ ਤੁਸੀਂ ਪ੍ਰੋਸੀਜਰ ਆਪਣਾ ਫੋਲੋ ਕਰ ਸਕਦੇ ਹੋ, ਕਿੱਦਾਂ ਸਟੈਪ ਬਾਏ ਸਟੈਪ ਆਪਣਾ ਤੁਸੀਂ ਵੀਜ਼ਾ ਅਪਲਾਈ ਕਰ ਸਕਦੇ ਹੋ। ਕੰਸਲਟੈਂਟ ਕੋਲ ਸਾਰੀਆਂ ਮਾਨਤਾ ਹੋਣੀਆਂ ਚਾਹੀਦੀਆਂ, ਜਿਵੇਂ ਅਸੀਂ ਗੱਲ ਕਰੀਏ ਸੀ ਅਮਰੀਕਨ ਇੰਟਰਨੈਸ਼ਨਲ ਰਿਕਰੂਟਮੈਂਟ ਕਾਊਂਸਲ ਤੋਂ ਲਾਇਸੈਂਸ ਦਾ, RCIC ਮੈਂਬਰ ਯਾਨੀ ਕਿ ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕਾਊਂਸਲ ਦੇ ਮੈਂਬਰ ਸਾਡੇ ਪੈਨਲ 'ਤੇ ਹੈਗੇ ਆ। ਐਂਡ ਜੇ ਅਸੀਂ ਗੱਲ ਕਰੀਏ ਯੂਰੋਪੀਅਨ ਐਸੋਸੀਏਸ਼ਨ ਆਫ ਇੰਟਰਨੈਸ਼ਨਲ ਐਜੂਕੇਸ਼ਨ ਦੇ ਮੈਂਬਰ ਹਾਂ ਅਸੀਂ, ਲੈਂਡਮਾਰਕ ਇਮੀਗ੍ਰੇਸ਼ਨ। ਜੇ ਅਸੀਂ ਅਮਰੀਕਾ ਦੀ ਗੱਲ ਕਰਦੇ ਤਾਂ ਨਾਫਸਾ ਇੱਕ ਬਹੁਤ ਵੱਡੀ ਆਰਗੇਨਾਈਜੇਸ਼ਨ ਆ, ਉਹਦੇ ਮੈਂਬਰ ਆ। ISEF ਦੇ ਅਸੀਂ ਮੈਂਬਰ ਆ। ਸੋ ਇੱਦਾਂ ਦੀਆਂ ਬਹੁਤ ਸਾਰੀਆਂ ਕੀ ਕਹਿੰਦੇ ਆ ਆਰਗੇਨਾਈਜੇਸ਼ਨਸ ਹੈ ਜਿਹਦੇ ਲੈਂਡਮਾਰਕ ਇਮੀਗ੍ਰੇਸ਼ਨ ਇਜ਼ ਮੈਂਬਰ। ਔਰ ਤੁਸੀਂ ਸਾਡੇ ਨਾਲ ਜਦੋਂ ਤੁਸੀਂ ਜੁੜਦੇ ਹੋ, ਸਾਡਾ ਇੱਕ ਸਟੂਡੈਂਟ ਦਾ ਕਰੀਅਰ ਬਣਾਉਣ 'ਤੇ ਫੋਕਸ ਹੁੰਦਾ ਹੈ ਕਿ ਉਹਨੂੰ ਮਿਸਗਾਈਡ ਨਾ ਕੀਤਾ ਜਾਵੇ, ਉਹਨੂੰ ਇੱਕ ਸਹੀ ਗਾਈਡੈਂਸ ਦਿੱਤੀ ਜਾਵੇ। ਜੋ ਵੀ ਪ੍ਰੋਪਰ ਗਾਈਡੈਂਸ ਹੁੰਦੀ ਹੈ ਉਹ ਸਾਰੀ ਸਟੂਡੈਂਟ ਦੇ ਨਾਲ ਸ਼ੇਅਰ ਕੀਤੀ ਜਾਂਦੀ ਹੈ। ਫਿਰ ਉਹਨੂੰ ਦੱਸਿਆ ਜਾਂਦਾ ਹੈ ਕਿ ਤੁਸੀਂ ਜੇ ਕੋਰਸ ਕਰਦੇ ਹੋ ਤਾਂ ਇਹਦੇ ਆਊਟਕਮਸ ਇੱਦਾਂ ਦੇ ਹੋ ਸਕਦੇ ਨੇ। ਸੋ ਸਟੂਡੈਂਟਸ ਤੁਸੀਂ ਜਦੋਂ ਵੀ ਕਿਸੇ ਕੰਸਲਟੈਂਟ ਕੋਲ ਜਾਂਦੇ ਹੋ ਤਾਂ ਤੁਸੀਂ ਜ਼ਰੂਰ ਡਿਟੇਲ 'ਚ ਚੈੱਕ ਕਰੋ ਕਿ ਉਹਨਾਂ ਕੋਲ ਕਿੰਨਾ ਐਕਸਪੀਰੀਅੰਸ ਹੈ, ਕਿੰਨੇ ਵੀਜ਼ੇ ਲਵਾ ਚੁੱਕੇ ਨੇ, ਕਿੱਦਾਂ ਦੀਆਂ ਉਹਨਾਂ ਕੋਲ ਮਾਨਤਾ ਹੈਗੀਆਂ, ਕਿਉਂਕਿ ਬਹੁਤ ਜ਼ਿਆਦਾ ਜ਼ਰੂਰੀ ਹੈ। ਲੈਂਡਮਾਰਕ ਇਮੀਗ੍ਰੇਸ਼ਨ ਦੇ ਆਫਿਸਿਸ ਬਠਿੰਡਾ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਮੋਗਾ, ਮੋਹਾਲੀ, ਚੰਡੀਗੜ੍ਹ ਐਂਡ ਵਡੋਦਰਾ 'ਚ ਹੈ। ਐਂਡ ਤੁਸੀਂ ਸਾਡੇ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਕਿਉਂਕਿ ਬਹੁਤ ਅਪਡੇਟਸ ਡੇਲੀ ਬੇਸਿਸ 'ਤੇ YouTube ਚੈਨਲ 'ਤੇ ਤੁਸੀਂ ਲੈ ਸਕਦੇ ਹੋ। ਬਿਲਕੁਲ ਜੀ, ਬਿਲਕੁਲ। ਸੋ ਜੀ ਕੈਨੇਡਾ, US, ਜਰਮਨੀ, ਸੋ ਹਰ ਤਰ੍ਹਾਂ ਦੇ ਸਟੂਡੈਂਟਸ ਦੀ ਅੱਜ ਦੇ ਸ਼ੋਅ ਦੇ ਵਿੱਚ ਵੀ ਅਸੀਂ ਗੱਲ ਕੀਤੀ ਹੈਗੀ ਹੈ। US ਬਹੁਤ ਵਧੀਆ ਆਪਸ਼ਨ, ਜਰਮਨੀ ਤੁਹਾਡੇ ਲਈ ਬੈਸਟ ਆਪਸ਼ਨ ਹੈਗੀ ਹੈ, ਕੈਨੇਡਾ ਤਾਂ ਸਟੂਡੈਂਟ ਜਿਹੜੇ ਉਹ ਜਾਂਦੇ ਹੀ ਜਾਂਦੇ ਨੇ। ਅੱਛਾ ਸਰ, ਲਾਸਟ ਦੇ ਵਿੱਚ ਹੁਣ ਚਲੋ ਕੈਨੇਡਾ ਤਾਂ ਤੁਸੀਂ ਦੱਸੀਆਂ ਵੀ ਸੀਗੀਆਂ ਕਿ ਫਲਾਈਟਸ ਫਿਲਹਾਲ 21 ਅਗਸਤ ਤੱਕ ਪੋਸਟਪੋਨ ਹੈਗੀਆਂ ਨੇ। US ਐਂਡ ਜਰਮਨੀ 'ਚ ਕਿਸੇ ਨੇ ਅਪਲਾਈ ਕਰਨਾ ਹੈ, ਕਿਉਂਕਿ ਯੂਰਪ ਦੀਆਂ ਬਹੁਤ ਸਾਰੇ ਜਗ੍ਹਾ 'ਤੇ ਫਲਾਈਟਸ ਜਿਹੜੀਆਂ ਉਹ ਓਪਨ ਕਰ ਦਿੱਤੀਆਂ ਗਈਆਂ ਨੇ, ਇੱਥੇ ਬੱਚੇ ਕਦੋਂ ਜਾ ਸਕਦੇ ਨੇ? ਸੋ ਇੱਥੇ ਵੀ ਸਟੂਡੈਂਟਸ ਟਰੈਵਲ ਕਰ ਸਕਦੇ ਆ। ਫੁੱਲੀ ਵੈਕਸੀਨੇਟਡ ਟਰੈਵਲਰਸ ਨੂੰ ਯੂਰਪ ਇਨਵਾਈਟ ਕਰ ਰਿਹਾ। ਸੋ ਜੇ ਤੁਹਾਡੇ ਡਬਲ ਵੈਕਸੀਨ ਲੱਗ ਚੁੱਕੀ ਹੈ ਔਰ ਦੂਜੀ ਵੈਕਸੀਨ ਲੱਗਿਆਂ 14 ਦਿਨ ਹੋ ਚੁੱਕੇ ਆ ਤਾਂ ਤੁਸੀਂ ਡੈਫੀਨੇਟਲੀ ਯੂਰਪ ਟਰੈਵਲ ਕਰ ਸਕਦੇ ਹੋ। USA 9 ਅਗਸਤ ਤੋਂ ਖੁੱਲ੍ਹਣ ਵਾਲਾ ਹੈ ਇੰਡੀਅਨ ਟਰੈਵਲਰ ਵਾਸਤੇ ਵੀ, ਔਰ ਜੇ ਤੁਹਾਡਾ USA ਦਾ ਵੀਜ਼ਾ ਲੱਗਾ ਤਾਂ ਤੁਸੀਂ USA ਵੀ ਟਰੈਵਲ ਕਰ ਸਕਦੇ ਹੋ। ਸੋ ਬਹੁਤ ਜਲਦ ਮੈਨੂੰ ਲੱਗਦਾ ਹੈ ਕਿ ਸਾਰੇ ਹੀ ਦੇਸ਼ਾਂ ਦੀਆਂ ਫਲਾਈਟਾਂ ਖੁੱਲ੍ਹ ਜਾਣਗੀਆਂ ਔਰ ਸਟੂਡੈਂਟਸ ਟਰੈਵਲ ਕਰ ਸਕਣਗੇ ਜੀ। ਅੱਛਾ ਸਰ, ਵੈਕਸੀਨ ਬੱਚਿਆਂ ਨੂੰ ਇਹ ਵੀ ਡਰ ਹੈ ਕਿ ਵੈਕਸੀਨ ਹੁਣ ਕਿਹੜੀ ਲਗਵਾਈ ਹੈ, ਕਿਉਂਕਿ ਬਹੁਤ ਸਾਰੀ ਕੰਟਰੀਜ਼ ਹੈਗੀਆਂ ਜੋ ਜਿਨ੍ਹਾਂ ਦੀ ਆਪਣੀ ਉਹਨਾਂ ਨੂੰ ਹੁੰਦਾ ਕਿ ਇਹ ਵਾਲੀ ਵੈਕਸੀਨ ਹੋਏਗੀ ਤਾਂ ਹੀ ਸੋ ਕੋਵਿਡਸ਼ੀਲਡ ਦੋ ਹੀ ਵੈਕਸੀਨ ਇੰਡੀਆ 'ਚ ਲੱਗ ਰਹੀਆਂ, ਵਨ ਇਜ਼ ਕੋਵੈਕਸਿਨ, ਅਨਦਰ ਵਨ ਇਜ਼ ਕੋਵਿਡਸ਼ੀਲਡ। ਸੋ ਕੋਵਿਡਸ਼ੀਲਡ ਦਾ ਦੂਜਾ ਨਾਮ ਹੈ ਐਸਟਰਾਜ਼ੈਨੇਕਾ
ਸੋ ਤੁਸੀਂ ਕੋਵਿਡਸ਼ੀਲਡ ਵੈਕਸੀਨ ਲਗਵਾਓ, ਜਿਹੜਾ ਕਿ ਇੰਡੀਅਨ ਨੇਮ ਹੈ ਉਹਦਾ। ਸੋ ਦੈਟ ਇਜ਼ ਐਕਸੈਪਟੇਬਲ ਇਨ ਆਲ ਅਰਾਊਂਡ ਦ ਵਰਲਡ। ਦੈਟਸ ਅ ਮੈਡੀਸਨ ਵਿਚ ਵਾਸ ਮੇਡ ਬਾਏ ਆਕਸਫੋਰਡ ਐਂਡ ਉਹ ਐਕਸੈਪਟੇਬਲ ਹੈਗੀ ਹੈ। ਸੋ ਕੋਵੈਕਸੀਨ ਵਾਲੇ ਜਿਨ੍ਹਾਂ ਨੇ ਵੈਕਸੀਨ ਲਵਾਈ ਹੈ ਉਹਨਾਂ ਨੂੰ ਔਖ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੋ ਬਿਕੋਜ਼ ਇਟ ਇਜ਼ ਨਾਟ ਐਕਸੈਪਟੇਬਲ ਨਾਓ ਬਾय ਅਦਰ ਕੰਟਰੀ। ਸੋ ਲੈਟਸ ਹੋਪ ਫॉर द बेस्ट ਕਿ ਉਹ ਵੀ ਜਲਦੀ ਐਕਸੈਪਟੇਬਲ ਹੋ ਜਾਏ। ਬਟ ਕੋਵਿਡਸ਼ੀਲਡ ਲਵਾਉਣ ਵਾਲੇ ਜਿੰਨੇ ਵੀ ट्रैवलर्स हैगे हैं दे विल बी एक्सेप्टेड ऑल ओवर द वर्ल्ड। बिल्कुल। सो थैंक यू सो मच सर। थैंक यू सो मच। हाँ, सो नंबर नोट करो जी, ऑफिस के एड्रैस ਜਿਹੜੇ ਉਹ ਨੋਟ ਕਰੋ। YouTube ਚੈਨਲ ਲੈਂਡਮਾਰਕ ਇਮੀਗ੍ਰੇਸ਼ਨ ਦਾ ਜਦੋਂ ਤੁਸੀਂ ਸਰਚ ਕਰੋਗੇ ਪ੍ਰੋਪਰ ਅਪਡੇਸ਼ਨ ਤੁਹਾਨੂੰ ਮਿਲੇਗੀ। ਸ਼ੋਜ਼ ਬਹੁਤ ਸਾਰੇ ਬੱਚੇ ਜਿਹੜੇ ਮਿਸ ਕਰ ਦਿੰਦੇ ਨੇ, ਕਈ ਵਾਰ ਸਾਡੇ ਕੋਲ ਟਾਈਮ ਨਹੀਂ ਹੁੰਦਾ। ਸੋ YouTube ਤੇ ਜਦੋਂ ਮਰਜ਼ੀ ਤੁਸੀਂ ਸਰਚ ਕਰੋ, ਨਵੀਆਂ ਅਪਡੇਸ਼ਨ ਜਿਹੜੀਆਂ ਤੁਹਾਨੂੰ ਮਿਲਦੀਆਂ ਰਹਿਣਗੀਆਂ। ਸੋ ਜਾਂਦੇ ਜਾਂਦੇ ਉਹ ਸਟੂਡੈਂਟ, ਕਿਉਂਕਿ ਬੱਚਿਆਂ ਨੂੰ ਲੱਗਦਾ ਕਿ ਪਤਾ ਨਹੀਂ ਵੀਜ਼ਾ ਆ ਰਹੇ ਨੇ ਕਿ ਨਹੀਂ ਆ ਰਹੇ, ਇਸੇ ਕਰਕੇ ਅਸੀਂ ਤੁਹਾਡੀ ਮੁਲਾਕਾਤ ਹਮੇਸ਼ਾ ਉਹਨਾਂ ਸਟੂਡੈਂਟਸ ਦੇ ਨਾਲ ਕਰਵਾਉਂਦੇ ਹਾਂ, ਗੱਲਬਾਤ ਕਰਦੇ ਹਾਂ ਕਿ ਤੁਹਾਨੂੰ ਪਤਾ ਲੱਗੇ ਕਿ ਹਾਂਜੀ ਬਹੁਤ ਸਾਰੇ ਬੱਚਿਆਂ ਦੇ ਵੀਜ਼ਾ ਆ ਰਹੇ ਨੇ। सत श्रीकाल जी, हमारे साथ है मनजोत जिनका कनाडा का स्टडी वीज़ा आ चुका है। मनजोत खरड़ पंजाब से बिलोंग करते हैं। धर्म कॉलेज में मनजोत पढ़ने के लिए जा रहे हैं अपनी आगे की पढ़ाई। बाकी बातचीत मनजोत से करते हैं कि इनका सफ़र लैंडमार्क इमिग्रेशन के साथ कैसा रहा, क्या इनकी क्वालिफिकेशन थी और कौन सी स्टडीज़ करने के लिए धर्म कॉलेज कनाडा में जा रहे हैं। सबसे पहले कंग्रेचुलेशंस मनजोत, कंग्रेचुलेशन सर। और मनजोत, आप हमारे व्यूअर्स को बताएं लैंडमार्क इमिग्रेशन की आपके साथ जर्नी कैसी रही, आपने कौन से ऑफिस में विजिट किया था, +2 में आपकी क्या स्कोरिंग थी, अपनी प्रोफाइल डिस्कस करें, ठीक है, एक बार हमारे व्यूअर्स के साथ। बाकी हमारी पोस्ट वीज़ा सर्विसेज आपको क्या मिल रही हैं। ओके, तो +2 मैंने अपनी 2020 में पास आउट की थी नॉन मेडिकल से 73%। सो मेरे आईलेट्स में 6 बैंड थे, नॉट लेस देन 6, लिसनिंग में 6.5 एंड माय फादर रिकमेंडेड मी। तो हम हाल ही में आई मेन ब्रांच में लैंडमार्क की। तो नवदीप मैम मेरे काउंसलर हैं, तो शी इज़ वेरी पोलाइट एंड उन्होंने मुझे अच्छे से गाइड किया। मुझे कोई भी क्वेरी होती थी, कोई भी क्वेश्चन होता था, दे आर ऑलवेज अवेलेबल फॉर मी। दे डिडंट आस्क दैट यू हैव टू डू इट योर ओन, दे ऑलवेज हेल्प मी। मनजोत, आपने धर्म कॉलेज में अप्लाई किया तो आपने कौन सी डेट को ऑफर लेटर अप्लाई किया था और कितने टाइम का आपका सारा प्रोसेस चला है ये। मैंने अपनी फाइल लास्ट ऑफ द दिसंबर लगवा दी थी। ठीक है। तो मैंने मैकेनिकल इंजीनियरिंग टेक्नीशियन का कोर्स चूज किया था। तो विद इन 2 और 3 मंथ्स मेरा आ गया था, सारा प्रोसेस हो गया था। सारा प्रोसेस हो गया। तो अभी आपका AIP आया था या आपने डायरेक्ट वीज़ा अचीव किया है। डायरेक्ट वीज़ा अचीव किया। ठीक है, डायरेक्ट वीज़ा आया मनजोत का। सो मनजोत के फादर साहब भी हमारे साथ हैं, उनसे भी बातचीत कर लेते हैं, उनके भी व्यूज़ ले लेते हैं। क्योंकि मनजोत ने जैसे बताया कि उनके फादर साहब ने रिकमेंड किया कि आप लैंडमार्क इमिग्रेशन के पास फाइल लगाओ। सो सर, आपके कोई रिलेटिव थे जो पहले गए थे या आपने लैंडमार्क की ऐड वगैरह देखी? और ऐड नहीं देखी सर, हमारी कंपनी ब्लैक रेड सिक्योरिटी कंपनी है, हाई फाई कंपनी है सर। ठीक है। हमारे एक लड़की जहाँ स्टाफ पहले वहाँ हमारे काम करता था उसमें। ठीक है। अमन कौर लड़की का नाम। ओके ओके, ठीक है। उसने मेरे को मतलब हमारे स्टाफ ने रिकमेंड किया था। ठीक है। और मेरी बेटी का भी जहाँ ही प्रोसेस हो रहा है। बेटी का भी प्रोसेस यहीं से चल रहा है अपना? दोनों सेम कॉलेज। सेम कॉलेज, धर्म कॉलेज में ही? ठीक है। उसका ऑफर लेटर वगैरह आ गया, कोई उसका इशू चल रहा है, लेकिन ऑफर लेटर आ चुका है उसका। ठीक है। ठीक है। सो इनकी बेटी का भी प्रोसेस हमारे पास चल रहा है, हमारे स्टाफ ने ही इनको लैंडमार्क इमिग्रेशन रिकमेंड किया था। सो मनजोत, बेस्ट ऑफ लक आपको आपकी फ्यूचर स्टडीज़ के लिए और फ्यूचर जो भी आप करने वाले हैं कनाडा में जाकर, जो भी अपनी पढ़ाई में अचीव करने वाले हैं, जिस भी तरह की आप जॉब करने वाले हैं, सो गॉड विल हेल्प यू। एंड सेकंड थिंग, लास्ट में आपसे पूछना चाहूँगा, सारे आते हैं वीज़ा लेते हैं और सारे खुश होते हैं ना, मतलब जो लैंडमार्क इमिग्रेशन की सर्विस थ्रू आउट द आपके पूरे प्रोसेस में रही, क्योंकि सर्विस इंडस्ट्री में हम तो कैसी आपको आफ्टर वीज़ा सर्विसेज रही जो आपको हमने बताया कि आपको वो चीज़ मिल रही है या नहीं मिल रही है? यस, मिल रही है। जो कुछ भी मैंने सुना था कि लैंडमार्क इमिग्रेशन में ऐसा होता है, जो भी मैंने ऐड देखी थी यूट्यूब वगैरह पे, सेम वैसा ही है, मैंने सेम वैसा फील किया। ठीक है। जैसे फैमिली में फील होता है ना, जैसे स्कूल में होता है कि टीचर्स स्ट्रिक्ट होते हैं, जो काउंसलर होते हैं स्ट्रिक्ट होते हैं, वैसा बिल्कुल नहीं था। ठीक है। सो आपकी सिस्टर अब सितंबर इनटेक के लिए हमारे पास फाइलिंग कर रहे हैं। यस सर। चलो, कांग्रेचुलेशंस एंड बेस्ट ऑफ लक फॉर योर ब्राइट फ्यूचर।